ਤੜਪਦੇ ਰਹੇ ਕਿ ਇਹਨੇ ਨਹੀਂ ਪੁੱਛਿਆ ਹੁਣ ਕਿ ਉਹਨਾਂ ਨੂੰ ਇਹ ਕਦੀ ਇੱਧਰ ਜਾਨੀ ਕਦੀ ਉੱਧਰ ਜਾਨੀ, ਕੋਈ ਤਾਂ ਆ ਜਾਓ, ਕੋਈ ਤਾਂ ਲੈ ਜਾਓ ਇਹਨਾਂ ਨੂੰ। ਤਾਂ ਇੱਕ ਭਰਾ ਦੇ ਵੱਲੋਂ ਗੁੱਸੇ 'ਚ ਆ ਕੇ ਦੂਸਰੇ ਦੇ ਉੱਤੇ ਵਾਰ ਕੀਤੇ ਗਏ, ਜਿਸ ਵਿੱਚ ਉਸ ਦੀ ਜਾਨ ਚਲੀ ਗਈ। ਸਾਡੇ ਨਾਲ ਮ੍ਰਿਤਕ ਸੁਖਦੀਪ ਸਿੰਘ ਦੇ ਪਤਨੀ ਰਣਜੀਤ ਕੌਰ ਸਾਡੇ ਨਾਲ ਨੇ। ਭੈਣ ਜੀ, ਇਹ ਬਹੁਤ ਦੁੱਖ ਵਾਲੀ ਘਟਨਾ ਹੈ। ਇਹ ਦੁੱਖ ਸ਼ਾਇਦ ਅਸੀਂ ਆਪਣੇ ਲਫ਼ਜ਼ਾਂ ਦੇ ਨਾਲ ਪੂਰਾ ਨਾ ਕਰ ਸਕੀਏ, ਜਾਂ ਉਹ ਸਹਾਰਾ ਕੋਈ ਹੋਰ ਇਨਸਾਨ ਨਾ ਦੇ ਸਕੇ ਜਿੱਦਾਂ ਦਾ ਉਹ ਤੁਹਾਡਾ ਸਹਾਰਾ ਸੀ। ਇਹ ਮੈਂ ਘਟਨਾ ਜਾਣਨਾ ਚਾਹੂੰਗਾ, ਇਹ ਕੀ ਘਟਨਾ ਹੋਈ ਸੀ, ਕਿਵੇਂ ਇਹ ਸਾਰੀ ਘਟਨਾ ਹੋਈ, ਕਦੋਂ ਦੀ ਘਟਨਾ ਹੈ? 2-3 ਦਿਨਾਂ ਤੋਂ ਟੈਂਕੀ ਦੇ ਪਾਣੀ ਦੀ ਗੱਲ ਚੱਲ ਰਹੀ ਸੀਗੀ, ਲੜਾਈ। ਭਾਜੀ ਨੇ ਆਪਣਾ ਡਰਮ ਭਰ ਲਿਆ ਸੀਗਾ ਬਾਹਰਲੇ ਬਾਥਰੂਮ 'ਚ, ਅਤੇ ਟੈਂਕੀ ਭਰੀ ਨਹੀਂ ਸੀਗੀ। ਇਹਨਾਂ ਨੇ ਜਦੋਂ ਦੇਖਿਆ ਵੀ ਡਰਮ ਭਰਿਆ, ਟੈਂਕੀ ਨਹੀਂ ਭਰੀ, ਇਹ ਜਾ ਕੇ ਬੋਲਣ ਲੱਗ ਪਏ ਭਾਜੀ ਉਹਨਾਂ ਨੂੰ ਵੀ ਤੁਸੀਂ ਕਿਉਂ ਨਹੀਂ ਭਰੀ, ਜਦ ਡਰਮ ਭਰਿਆ ਤੁਹਾਨੂੰ ਨਹੀਂ ਪਤਾ ਵੀ 5 ਮਿੰਟ ਹੋਰ ਚਲਾ ਦਈਏ ਮੋਟਰ, ਟੈਂਕੀ ਭਰ ਹੋ ਜੂਗੀ। ਭਾਜੀ ਵੀ ਬੋਲਣ ਲੱਗ ਪਏ, ਦੋਨੇ ਬੋਲਣ ਲੱਗ ਪਏ। ਇਹਨਾਂ ਦੀ ਹੱਥਾਂ ਪਾਈ ਹੋਈ ਦੋਨਾਂ ਦੀ, ਇੱਕ ਦੂਜੇ ਦੇ ਹੱਥ ਫੜੇ ਸੀ ਇਹਨਾਂ ਨੇ। ਮੈਂ ਛਡਾਉਂਦੀ ਸੀ ਇਹਨਾਂ ਨੂੰ, ਫਿਰ ਉਦੋਂ ਛਡਾਏ ਲੋਕੀ ਵੀ ਆਏ ਸੀਗੇ, ਉਹਨਾਂ ਨੇ ਵੀ ਛਡਾਏ। ਫਿਰ ਬਾਅਦ ਵਿੱਚ ਫਿਰ ਲੜਾਈ ਹੋਈ। ਫਿਰ ਜਦੋਂ ਭੈਣ ਆਈ ਸੀ ਇਹਨਾਂ ਦੀ ਵੱਡੀ ਨਨਾਣ, ਮੇਰੀ ਨਨਾਣ, ਉਹ ਵੀ ਆਈ ਸੀਗੀ। ਫਿਰ ਮੈਂ ਜਦੋਂ ਅੰਦਰ ਬੈਠੀ ਸੀ ਅਤੇ ਜਦੋਂ ਮੈਂ ਦੇਖਿਆ ਇਹਨਾਂ ਨੂੰ ਲੜਦਿਆਂ ਨੂੰ, ਸਾਹਮਣੇ ਦੇਖਿਆ ਇੱਧਰੋਂ ਉੱਧਰ, ਅਤੇ ਨਨਾਣ ਬਹੁਤ ਉੱਚੀ ਉੱਚੀ ਬੋਲ ਰਹੀ ਸੀਗੀ। ਇਹ ਕਹਿੰਦੇ ਤੂੰ ਚੁੱਪ ਕਰਨਾ ਕਿ ਨਹੀਂ ਕਰਨਾ, ਅਤੇ ਮੈਂ ਦੇਖਿਆ ਅਤੇ ਇਹਨਾਂ ਦਾ ਗਲਾ ਫੜ ਲਿਆ ਉਹਨਾਂ ਨੇ। ਇਹ ਤੁਹਾਡੇ ਜੇਠ ਸੀਗੇ ਉੱਧਰ ਦੂਸਰੇ ਘਰ ਦੇ ਵਿੱਚ ਜਿਹਨਾਂ? ਹਾਂਜੀ, ਨਨਾਣ ਮੇਰੀ ਨੇ ਇਹਨਾਂ ਦੇ ਗਲੇ ਨੂੰ ਫੜ ਲਿਆ। ਅਤੇ ਫਿਰ ਭਾਜੀ ਨੇ ਜਦੋਂ ਮੈਂ ਦੇਖਿਆ ਇੱਧਰੋਂ ਦੌੜੀ ਗਈ, ਜਦੋਂ ਦੇਖਿਆ ਭਾਜੀ ਨੇ ਇਹਨਾਂ ਦੇ ਚਾਕੂ ਮਾਰ ਦਿੱਤਾ ਇੱਧਰ। ਉਹ ਦੌੜੇ ਬਚਾਉਂਦੇ ਆਪਣੇ ਆਪ ਨੂੰ ਉੱਧਰ ਨੂੰ, ਪੌੜੀਆਂ ਵੱਲ ਨੂੰ। ਜਦੋਂ ਡਿੱਗ ਗਏ ਮੈਂ ਦੌੜੀ ਗਈ, ਮੈਨੂੰ ਮੇਰੀ ਨਨਾਣ ਨੇ ਫੜ ਲਿਆ, ਮੈਨੂੰ ਧੱਕਾ ਦਿੱਤਾ। ਮੈਂ ਕਿਹਾ ਭਾਜੀ ਕਿਉਂ ਮਾਰੀ ਜਾਂਦੇ ਆ, ਛੱਡ ਦਿਓ ਛੱਡ ਦਿਓ। ਕਹਿੰਦੀ ਨਹੀਂ ਮਾਰਨ ਦੇ, ਕਹਿੰਦੀ ਮਾਰ ਲੈਂਦੇ ਇਹਨੂੰ, ਮਾਰ ਲੈਂਦੇ। ਮੈਨੂੰ ਧੱਕਾ ਦਿੱਤਾ, ਮੈਨੂੰ ਛਡਾਉਣ ਨਹੀਂ ਦਿੱਤਾ। ਭਾਜੀ ਇਹਨਾਂ ਦੀ ਗਰਦਨ 'ਤੇ ਚਾਕੂ ਮਾਰ ਰਹੇ ਸੀਗੇ, ਜ਼ੋਰ ਨਾਲ। ਉਹ ਲੰਮੇ ਪਏ ਸੀਗੇ, ਇੱਥੋਂ ਫੜ ਕੇ ਉਹਨਾਂ ਦੇ ਖੂਨ ਵਗ ਰਿਹਾ ਸੀ ਬਹੁਤ ਜ਼ਿਆਦਾ। ਉਹਨਾਂ ਦੇ ਮਾਰੀ ਜਾਂਦੇ ਸੀਗੇ ਬਾਰ-ਬਾਰ। ਫਿਰ ਮੈਂ ਭਾਜੀ ਨੂੰ ਧੱਕਾ ਦਿੱਤਾ, ਭਾਜੀ ਨੂੰ ਪਰੇ ਸੁੱਟਿਆ। ਮੈਂ ਉਹਨਾਂ ਨੂੰ ਫੜਿਆ, ਜਾ ਕੇ ਉਹਨਾਂ ਨੂੰ ਬੋਲਣ ਦੀ ਕੋਸ਼ਿਸ਼ ਕਰ ਰਹੀ ਸੀ, ਉਹਨਾਂ ਕੋਲ ਬੋਲਿਆ ਨਹੀਂ ਸੀ ਜਾਂਦਾ, ਕੁਝ ਨਹੀਂ ਬੋਲਿਆ ਜਾਂਦਾ। ਡੈਡੀ ਹੁਣੀ ਦੇਖਦੇ ਸੀ, ਮੈਂ ਉਹਨਾਂ ਨੂੰ ਕਿਹਾ ਡੈਡੀ ਕਿਸੇ ਗੱਡੀ ਵਾਲੇ ਨੂੰ ਕਹਿ ਦਿਓ। ਸਾਰਿਆਂ ਦੇ ਅੱਗੇ ਹੱਥ ਜੋੜੇ, ਕੋਈ ਨਹੀਂ ਸੀ ਆ ਰਿਹਾ ਲਾਗੇ, ਕੋਈ ਨਹੀਂ ਸੀ ਆ ਰਿਹਾ ਲਾਗੇ। ਇਹ ਜਿਹੜੇ ਪਾਣੀ ਵਾਲੀ ਟੈਂਕੀ ਹੈ, ਇਹ ਕੋਈ ਸਰਕਾਰੀ ਮੋਟਰ ਦਾ ਪਾਣੀ ਆਉਂਦਾ ਸੀ ਜਾਂ ਆਪਣੇ ਘਰ ਦੇ ਵਿੱਚ ਦੋਨਾਂ ਸਾਂਝੀ ਮੋਟਰ? ਹਾਂਜੀ, ਸਾਂਝੀ ਮੋਟਰ ਸੀਗੀ ਉੱਧਰ ਲੱਗੀ, ਉੱਧਰੋਂ ਛੱਡਦੇ, ਉੱਧਰ ਹੀ ਕਨੈਕਸ਼ਨ। ਇੱਧਰ ਉੱਪਰ 500 ਲੀਟਰ ਦੀ ਟੈਂਕੀ,
ਤੇ ਜਲਦੀ ਖਤਮ ਹੋ ਜਾਂਦਾ ਸੀ ਪਾਣੀ। ਤੇ ਭਾਜੀ ਇਹ ਖਤਮ ਇੱਧਰ ਡਰਮ ਰੱਖਿਆ ਸੀ, ਉਹੀ ਭਰਦੇ ਹੁੰਦੇ ਸੀ ਇਕੱਲਾ। ਟੈਂਕੀ ਨਹੀਂ ਉਦਣ ਭਰੀ, ਇਹਨਾਂ ਨੇ ਇਹ ਜਾ ਕੇ ਬੋਲਣ ਲੱਗ ਪਏ ਸੀਗੇ। ਉਦੋਂ ਉਸ ਸਮੇਂ ਕੌਣ ਸੀਗਾ ਉੱਥੇ ਘਰ ਦੇ ਵਿੱਚ, ਕੌਣ ਮੌਜੂਦ ਸੀਗਾ ਉਦੋਂ ਜਦੋਂ ਤੁਸੀਂ ਗਏ? ਉਦੋਂ ਮੰਮੀ ਡੈਡੀ ਭਾਜੀ ਸੀਗੇ ਤੇ ਨਨਾਣ ਦੇ ਪੁੱਤ ਤੇ ਨੌ ਪੁੱਤ ਆਏ ਸੀਗੇ। ਉਹਨਾਂ ਨੇ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਖੁਦ ਜਾ ਕੇ ਛੁਡਵਾਇਆ, ਉੱਥੇ ਜਾ ਕੇ ਉਹਨਾਂ ਦੇ ਉੱਤੇ ਵਾਰ ਕਰ ਰਹੇ ਸੀ, ਤੁਸੀਂ ਦੇਖਿਆ ਜਾ ਕੇ, ਔਰ ਉਹਨਾਂ ਨੇ ਕਿਸੇ ਨੇ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਉਹਨਾਂ ਨੇ ਨਹੀਂ ਕੀਤੀ ਕਿਸੇ ਨੇ, ਮੈਂ ਹੀ ਛਡਾ ਰਹੀ ਸੀ ਕਿ ਇਹਨਾਂ ਨੂੰ। ਭਾਜੀ ਨੇ ਜ਼ੋਰ ਨਾਲ ਇਹਨਾਂ ਦੇ ਇੱਥੇ ਜ਼ੋਰ ਨਾਲ ਦੰਦੀ ਵੱਢੀ, ਇੰਨਾ ਖੂਨ ਵਗਿਆ ਇਹਨਾਂ ਦੇ। ਮੰਮੀ ਉਹਨਾਂ ਨੇ ਵੀ ਇਹਨਾਂ ਨੂੰ ਫੜਿਆ ਸੀਗਾ, ਭਾਜੀ ਨੂੰ ਕਿਸੇ ਨੇ ਨਹੀਂ ਫੜਿਆ ਸੀਗਾ। ਮੈਂ ਇਹਨਾਂ ਦੇ ਹੱਥ ਛਡਾਉਂਦੀ ਸੀ ਦੋਨਾਂ ਦੇ ਵੀ ਛੱਡ ਦਿਓ, ਨਾ ਲੜੋ ਨਾ ਲੜੋ। ਪਹਿਲਾਂ ਵੀ ਝਗੜਾ ਚੱਲਦਾ ਰਹਿੰਦਾ ਸੀ ਇੱਦਾਂ? ਪਹਿਲਾਂ ਵੀ ਕੋਈ ਇਹਨਾਂ ਦਾ ਤਕਰਾਰ ਕੋਈ ਬਾਜੀ ਦੋਨਾਂ ਭਰਾਵਾਂ ਦੀ ਆਪਸ 'ਚ ਕਦੇ ਹੋਈ ਸੀ ਪਹਿਲਾਂ? ਪਹਿਲਾਂ ਵੀ ਮਾੜੀ ਮੋਟੀ ਹੁੰਦੀ ਰਹਿੰਦੀ ਸੀਗੀ, ਪਰ ਇਦਾਂ ਦਾ ਕੰਮ ਨਹੀਂ ਹੋਇਆ ਜਿੱਦਾਂ ਦਾ ਕਰ ਦਿੱਤਾ ਇਹਨਾਂ ਨੇ। ਤੁਹਾਡੀ ਮੈਰਿਜ ਨੂੰ ਕਿੰਨੀ ਦੇਰ ਹੋਈ ਹੈ, ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਤੁਹਾਡੇ? 12 ਅਕਤੂਬਰ ਨੂੰ 2 ਸਾਲ ਪੂਰੇ ਹੋ ਜਾਣੇ। ਬੱਚੇ ਵੀ ਤੁਹਾਡੇ? ਨਹੀਂ, ਪ੍ਰੈਗਨੈਂਟ ਹਾਂ 6 ਮਹੀਨੇ ਦੀ। ਉਹਨਾਂ ਨੇ ਤੁਹਾਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ? ਤੁਹਾਡੇ ਤੇ ਤਾਂ ਨਹੀਂ ਕਿਸੇ ਨੇ ਵਾਰ-ਵੂਰ ਕੀਤਾ? ਨਹੀਂ, ਭੈਣ ਨੇ ਮੈਨੂੰ ਫੜ ਕੇ ਪਰੇ ਸੁੱਟਿਆ ਸੀ, ਕਹਿੰਦੀ ਮਾਰ ਲਾਂਦੇ, ਛਡਾਉਣ ਨਹੀਂ ਦਿੰਦੀ ਮੈਨੂੰ। ਬਿਲਕੁਲ ਤੁਸੀਂ ਸੁਣ ਰਹੇ ਹੋ ਇਸ ਦਰਦਨਾਕ ਕਹਾਣੀ ਨੂੰ, ਜਿਹਦੇ ਵਿੱਚ ਭਰਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੇ ਹੀ ਭਰਾ ਦੇ ਉੱਤੇ ਕਾਤਲਾਨਾ ਹਮਲਾ ਕੀਤਾ, ਜਿਸ ਵਿੱਚ ਉਸਦੀ ਜਾਨ ਚਲੀ ਗਈ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਵਿੱਚ ਕਾਰਵਾਈ ਵੀ ਕੀਤੀ ਗਈ ਹੈ। ਇਹਨਾਂ ਦੇ ਮੁਤਾਬਕ ਦੱਸ ਰਹੇ ਨੇ ਵੀ ਉਹਨਾਂ ਦੀ ਭੈਣ ਵੀ ਉੱਥੇ ਮੌਕੇ ਦੇ ਉੱਤੇ ਮੌਜੂਦ ਸੀ। ਭੈਣ ਨੇ ਕਹਿੰਦੇ ਆਪਣੇ ਭਰਾ ਨੂੰ ਬਚਾਉਣ ਦੇ ਲਈ ਯਤਨ ਕੋਈ ਨਹੀਂ ਕੀਤਾ, ਦੂਸਰੇ ਭਰਾ ਦੀ ਮਦਦ ਕਹਿੰਦੇ ਕਰਦੇ ਰਹੇ। ਜੇਕਰ ਸਮਾਂ ਰਹਿੰਦਾ ਤਾਂ ਆਪਣੇ ਦੋਨਾਂ ਭਰਾਵਾਂ ਨੂੰ ਮਦਦ ਦੀ ਬਜਾਏ ਜੇ ਦੋਨਾਂ ਦੀ ਲੜਾਈ ਮੁਕਾਉਣ ਦੇ ਉੱਤੇ ਭੈਣ ਯਤਨ ਕਰਦੀ ਤਾਂ ਸ਼ਾਇਦ ਉਹ ਰੱਖੜੀ ਦਾ ਫਰਜ਼ ਵੀ ਸ਼ਾਇਦ ਪੂਰਾ ਹੋ ਜਾਂਦਾ। ਦੋਨਾਂ ਭਰਾਵਾਂ ਦੀ ਵਿੱਚੋਂ ਇੱਕ ਦੀ ਜਾਨ ਗਈ ਹੈ, ਉਸ ਦੀ ਜਾਨ ਬਚ ਜਾਂਦੀ, ਦੂਸਰਾ ਹੁਣ ਜਿਸ ਤਰੀਕੇ ਦੇ ਨਾਲ ਅੱਗੇ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਚੁੱਕਿਆ ਹੈ, ਉਸ ਦੀ ਵੀ ਸ਼ਾਇਦ ਬਚਾਅ ਹੋ ਜਾਂਦਾ। ਭੈਣ ਜੀ, ਜਦੋਂ ਇਹ ਜਿਹੜਾ ਪਾਣੀ ਦਾ ਰੌਲਾ ਸੀ, ਕਦੀ ਪੰਚਾਇਤ ਦੇ ਕੋਲ ਇਹ ਮਾਮਲਾ ਗਿਆ ਵੀ ਦੋਨਾਂ ਘਰਾਂ ਦਾ ਪਾਣੀ ਸਾਂਝਾ ਹੈ, ਵੀ ਕਈ ਵਾਰ ਦਿੱਕਤ ਆ ਜਾਂਦੀ ਹੈ, ਲੜਾਈ ਝਗੜਾ ਹੋ ਜਾਂਦਾ, ਕਦੀ ਪੰਚਾਇਤ ਦੇ ਕੋਲ ਗਿਆ ਸੀ ਇਹ ਮਾਮਲਾ? ਨਹੀਂ, ਪੰਚਾਇਤ ਦੇ ਕੋਲ ਨਹੀਂ। ਹਾਂ, ਜਦੋਂ ਹੋਇਆ ਸੀ ਝਗੜਾ ਤਾਂ ਇਹਨਾਂ ਨੇ ਦਰਖਾਸਤ ਦਿੱਤੀ ਸੀ, ਡੈਡੀ ਹੁਣਾਂ ਨੇ। ਉਦਣ ਹੀ ਆਈ ਸੀਗੀ ਪੁਲਿਸ, ਤੇ ਉਹਨਾਂ ਨੇ ਕਿਹਾ ਵੀ ਸੁਲ੍ਹਾ ਸਫਾਈ ਕਰ ਲਓ ਆਪਸ ਵਿੱਚ, ਬਸ ਉਹ ਇੰਨਾ ਕਹਿ ਕੇ ਚਲ ਗਏ ਸੀਗੇ। ਇਹ ਕਿੰਨੇ ਦਿਨ ਪਹਿਲਾਂ ਦੀ ਗੱਲ? ਹੀ ਥੋੜ੍ਹੇ ਦਿਨ ਪਹਿਲਾਂ ਦੀ, ਅੱਜ ਜਿੱਦਾਂ ਕੱਲ੍ਹ ਜਿਹੜੇ ਤੁਹਾਡੇ ਜਿਹੜੇ ਗੱਲ ਹੈ। ਹਾਂਜੀ। ਅੱਛਾ, ਇਸ ਝਗੜੇ ਤੋਂ ਪਹਿਲਾਂ ਵੀ ਇੱਥੇ ਆਏ ਸੀਗੇ? ਪਹਿਲਾਂ ਹਾਂਜੀ ਆਏ ਸੀਗੇ। ਉਹ ਕਰਾਉਣ ਆਏ ਸੀ ਸੁਲ੍ਹਾ ਸਫਾਈ। ਉਹ ਕਹਿੰਦੇ ਜੇ ਤੁਸੀਂ ਨਹੀਂ ਕਰਨੀ, ਵੀ ਉਹਨਾਂ ਨੇ ਅੱਜ 4 ਵਜੇ ਸ਼ਾਇਦ ਸੱਦਿਆ ਸੀਗਾ। ਮਤਲਬ ਥਾਣੇ ਦਰਖਾਸਤ ਦਿੱਤੀ ਗਈ ਸੀਗੀ ਔਰ ਅੱਜ ਥਾਣੇ ਬੁਲਾਏ ਸੀਗੇ ਦੋਨਾਂ ਧਿਰਾਂ ਨੂੰ? ਹਾਂਜੀ। ਤੁਹਾਡੇ ਜਿਹੜੇ ਸੱਸ ਸਹੁਰਾ ਨੇ, ਤੁਹਾਡੇ ਮੰਮੀ ਡੈਡੀ, ਉਹ ਉਹਨਾਂ ਦੇ ਨਾਲ ਰਹਿੰਦੇ ਨੇ? ਨਹੀਂ, ਇੱਧਰ ਵੀ ਆ ਜਾਂਦੇ ਆ, ਉੱਧਰ ਵੀ, ਇੱਧਰ ਵੀ ਤੇ ਉੱਧਰ ਵੀ। ਲੱਗਦਾ ਜੇਕਰ ਉਹਨਾਂ ਨੇ ਵੀ ਆਪਣਾ ਦੋਨਾਂ ਭਰਾਵਾਂ ਨੂੰ ਰੋਕਿਆ ਹੁੰਦਾ ਜਾਂ ਥੋੜ੍ਹੀ ਚਿਰ 4 ਵਜੇ ਤੱਕ ਵੇਟ ਹੀ ਕਰ ਲੈਂਦੇ, ਐਡੀ ਵੱਡੀ ਘਟਨਾ ਨਾ ਵਾਪਰਦੀ। ਹਾਂਜੀ। ਹੁਣ ਜ਼ਮੀਨ ਹੈ, ਕੋਈ ਕਮਾਈ ਦਾ ਕੋਈ ਸਾਧਨ? ਪਹਿਲਾਂ ਤੁਹਾਡੇ ਜਿਹੜੇ ਹਸਬੈਂਡ ਸੀ ਉਹ ਪਹਿਲਾਂ ਕਿੱਥੇ ਸੀਗੇ, ਕੀ ਕੰਮ ਕਰਦੇ ਸੀ? ਇਟਲੀ 'ਚ ਸੀਗੇ ਪਹਿਲਾਂ। ਕਿੰਨੀ ਦੇਰ ਪਹਿਲਾਂ ਤੋਂ ਆਏ? ਸਾਲਾਂ ਕੇ ਆਏ, 2.5 ਸਾਲ ਹੋ ਗਏ ਉਹਨਾਂ ਨੂੰ ਆਇਆ ਨੂੰ। ਹਾਂਜੀ। ਉਸ ਤੋਂ ਇਲਾਵਾ ਕੋਈ ਕਮਾਈ ਦਾ ਸਾਧਨ ਸੀਗਾ ਉਹਨਾਂ ਦਾ, ਜਿਵੇਂ ਉਹ ਕੋਈ ਕਮਾਈ ਦਾ? ਫਿਰ ਦੁਬਾਰਾ ਬਾਹਰ ਹੀ ਜਾਣਾ ਸੀਗਾ। ਹਾਂਜੀ, ਡੈਡੀ ਹੁਣੀ ਦਿੰਦੇ ਸੀ ਖਰਚਾ। ਕੋਈ ਜ਼ਮੀਨ, ਕੋਈ ਹੋਰ ਕੁਛ ਨਹੀਂ ਹੈਗਾ ਵੀ ਜਿਹਦੇ ਨਾਲ ਹੁਣ ਜਿਵੇਂ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਰੱਬ ਦੇ ਵੱਲੋਂ ਘੜੀ ਦੁੱਖ ਦੀ ਪਾ ਦਿੱਤੀ ਗਈ ਹੈ, ਇਹਨਾਂ ਕਿਵੇਂ ਘਰ ਦਾ ਚੱਲੂਗਾ ਸਿਸਟਮ? ਕਿਵੇਂ ਇਹ ਬੜੀ ਦੁੱਖ ਵਾਲੀ, ਬੜੀ ਪਰੇਸ਼ਾਨੀ ਵਾਲੀ ਗੱਲ ਹੈ ਵੀ ਇੱਕ ਪਰਿਵਾਰ ਅੱਗੇ ਗੁਜ਼ਾਰਾ ਕਿਵੇਂ ਕਰੇਗਾ? ਇੱਕ ਭਰਾ ਨੇ ਤਾਂ ਗੁੱਸੇ ਦੇ ਉੱਤੇ ਕੰਟਰੋਲ ਨਹੀਂ ਕੀਤਾ, ਦੂਜੇ ਦੀ ਜਾਨ ਗਈ ਹੈ, ਘਰ ਉਹਦਾ ਵੀ ਖਰਾਬ ਹੋ ਗਿਆ, ਘਰ ਇੱਧਰ ਤਾਂ ਉਜੜ ਹੀ ਗਿਆ। ਅੱਗੇ ਕੋਈ ਹੈ ਕਮਾਈ ਦਾ ਸਾਧਨ ਪਰਿਵਾਰ ਦੇ ਵਿੱਚ ਕੁਛ? ਨਹੀਂ, ਡੈਡੀ ਹੁਣਾਂ ਦੀ ਪੈਨਸ਼ਨ ਆਉਂਦੀ, ਉਹ ਹੀ ਦਿੰਦੇ ਖਰਚਾ। ਉਹ ਕੀ ਕੰਮ ਕਰਦੇ ਸੀਗੇ ਜਿਹੜੇ ਦੂਸਰੇ ਸੀਗੇ ਤੁਹਾਡੇ ਜੇਠ? ਉਹ ਵੀ ਬਾਹਰ ਸੀਗੇ, ਦੁਬਈ 'ਚ। ਫਿਰ ਆ ਕੇ ਵੀ ਪਾਲਿਸੀਆਂ ਕਰਦੇ ਸ਼ਾਇਦ, ਪਾਲਿਸੀਆਂ ਲੱਗ ਪਈ ਕਰਨ।
ਫਿਰ ਉਹ ਕੰਪਨੀ ਫੇਲ ਹੋ ਗਈ ਸੀ, ਫਿਰ ਛੱਡਤਾ ਸੀ ਉਹਨਾਂ ਨੇ। ਘਰੇ ਰਹਿੰਦੇ ਸੀ, ਉਹ ਵੀ ਦੁਕਾਨ ਤੇ ਬਹਿੰਦੇ ਆਪਣੀ ਤੇ। ਅੱਛਾ, ਜਦੋਂ ਇਹ ਪੂਰੀ ਘਟਨਾ ਵਾਪਰ ਗਈ, ਜਦੋਂ ਤੁਸੀਂ ਜਾ ਕੇ ਦੇਖਿਆ ਤੁਹਾਡੇ ਹਸਬੈਂਡ ਖੂਨ ਦੇ ਨਾਲ ਲੱਥਪੱਥ ਸੀਗੇ, ਉਹ ਕੀ ਕਰ ਰਹੇ ਸੀ ਉਸ ਟਾਈਮ? ਉਹਨਾਂ ਨੇ ਪਛਤਾਵਾ ਨਹੀਂ ਕੀਤਾ ਵੀ ਮੈਂ ਦੇਖਿਆ ਨਹੀਂ ਤੁਸੀਂ ਕੋਈ ਪਛਤਾਵਾ ਉਹਨਾਂ ਦਾ ਵੀ ਮੈਂ ਇਹਨੂੰ ਚੱਕ ਕੇ ਹਸਪੀਟਲ ਹੀ ਲੈ ਜਾਵਾਂ, ਇਹਦੀ ਜਾਨ ਬਚ ਜਾਏ? ਭੈਣ ਕਹੀ ਜਾਂਦੀ ਸੀ ਮਰ ਲੈਂਦੋ ਇਹਨੂੰ, ਉਹਨਾਂ ਦੇ ਕੋਈ ਨਹੀਂ ਪਛਤਾਵਾ ਸੀਗਾ। ਭੈਣ ਬੋਲੀ ਜਾਂਦੀ ਸੀ ਕਿ ਮੈਂ ਡੈਡੀ ਉਹਨਾਂ ਨੂੰ ਕਹੀ ਜਾਂਦੀ ਵੀ ਗੱਡੀ ਕਰੋ, ਗੱਡੀ ਕਰੋ। ਕਹਿੰਦੀ ਡੈਡੀ ਨੇ ਕੁਛ ਨਹੀਂ ਕਰਨਾ, ਡੈਡੀ ਕਿਉਂ ਕਰੇ ਗੱਡੀ। ਜੇਠ ਉਦੋਂ ਕਿੱਥੇ ਸੀਗਾ? ਜੇਠ ਜਠਾਣੀ ਬੱਚੇ ਉਹਨਾਂ ਦੇ ਕਿੱਥੇ ਸੀਗੇ? ਲਾਗੇ ਹੀ ਖੜੇ ਸੀ? ਜਠਾਣੀ ਪੇਕੇ ਗਈ ਹੋਈ ਸੀ, ਮਹੀਨਾ ਹੋ ਗਿਆ। ਤੇ ਜੇਠ ਉਧਰ ਬਾਹਰ ਸੀ, ਫੋਨ ਤੇ ਗੱਲਾਂ ਮਾਰਦਾ। ਉਹਨੇ ਇੱਕ ਵਾਰੀ ਵੀ ਕੋਸ਼ਿਸ਼ ਨਹੀਂ ਕੀਤੀ ਮੈਂ ਕੁਝ ਗਲਤੀ ਹੋ ਗਈ ਮੈਂ ਇਹਨੂੰ ਲੈ ਜਾਵਾਂ ਹਸਪੀਟਲ ਲੈ ਜਾਵਾਂ? ਕੋਈ ਨਹੀਂ ਲਾਗੇ ਆਇਆ। ਫਿਰ ਕਿਵੇਂ ਹਸਪੀਟਲ ਕਿਵੇਂ ਪਹੁੰਚਾਏ ਤੁਸੀਂ? ਮੈਂ ਲੋਕਾਂ ਨੂੰ ਕਿਹਾ, ਮਿੰਨਤਾਂ ਕੀਤੀਆਂ, ਹੱਥ ਜੋੜੇ, ਕੋਈ ਤਾਂ ਆ ਜਾਓ, ਕੋਈ ਤਾਂ ਆ ਜਾਓ। ਬਾਜਾ ਮਾਰ ਮਾਰ ਕਿਹਾ ਉਹਨਾਂ ਨੇ, ਕੋਈ ਤਾਂ ਆ ਜਾਓ। ਕੋਈ ਨਹੀਂ ਆਇਆ। ਕਹਿੰਦੇ ਤੁਹਾਡੇ ਘਰ ਦੇ ਨਹੀਂ, ਕਹਿੰਦੇ ਅਸੀਂ ਕਿੱਦਾਂ ਆ ਜੀ, ਸਾਡੇ ਘਰ ਦੇ ਨਹੀਂ ਕਹਿੰਦੇ। ਲੈ ਕੇ ਗਏ ਸੀ ਹਸਪੀਟਲ, ਉਹ ਕਿਵੇਂ ਅਰੇਂਜਮੈਂਟ ਹੋਇਆ ਫਿਰ? ਸਰਪੰਚ ਸਾਹਿਬ ਆਏ, ਉਹਨਾਂ ਨੇ ਦੇਖਿਆ, ਉਹ ਦੌੜ ਕੇ ਗੱਡੀ ਲੈ ਕੇ ਆਏ ਆਪਣੀ। ਐਂਬੂਲੈਂਸ ਵਾਲੇ ਨੂੰ ਵੀ ਫੋਨ ਕੀਤਾ ਸੀਗਾ ਮੁੰਡਿਆਂ ਨੇ, ਪਰ ਉਹ ਕਹਿੰਦੇ ਹੁਸ਼ਿਆਰਪੁਰ ਨਾਲ ਲੇਟ ਹੋ ਜਾਣਾ, ਸਾਡੇ ਕੋਲ ਆਇਆ ਨਹੀਂ ਜਾਣਾ ਜੇ ਲੋਕਡਾਊਨ। ਤੇ ਸਰਪੰਚ ਸਾਹਿਬ ਦੀ ਗੱਡੀ 'ਚ ਪਾ ਕੇ ਲੈ ਗਏ, ਨਾਲ ਮੈਂ ਗਈ, ਹੋਰ ਕੋਈ ਨਹੀਂ ਗਿਆ ਕਰਦਾ। ਬਾਅਦ ਵਿੱਚ ਆਏ ਡੈਡੀ ਹੁਣੀ। ਉੱਥੇ ਫਿਰ ਡਾਕਟਰਾਂ ਨੇ ਕਿੰਨੀ ਵੀ ਦੇਰ ਬਾਅਦ ਦੱਸਿਆ ਵੀ ਉਹਨਾਂ ਦੀ ਜਾਨ ਜਿਹੜੀ? ਜਾਂਦੇ ਹੀ ਕਹਿ ਤਾ ਉਹਨਾਂ ਨੇ। ਤੁਸੀਂ ਭੈਣ ਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ, ਪ੍ਰਸ਼ਾਸਨ ਤੋਂ, ਸਰਕਾਰ ਤੋਂ? ਕੀ ਮੰਗ ਕਰਦੇ ਹੋ? ਇਨਸਾਫ ਚਾਹੀਦਾ ਬਸ, ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ, ਖੜੀ ਤੋਂ ਖੜੀ। ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਬਸ, ਜਿੰਦਾ ਮੇਰੇ ਨੂੰ ਮਾਰਿਆ ਪਤੀ ਨੂੰ। ਤੜਪਦੇ ਰਹੇ ਕਿ ਇਹਨੇ ਨਹੀਂ ਪੁੱਛਿਆ ਨਹੀਂ ਕਿ ਉਹਨਾਂ ਨੂੰ। ਮੈਂ ਕਦੀ ਇੱਧਰ ਜਾਨੀ, ਕਦੀ ਉੱਧਰ ਜਾਨੀ, ਕੋਈ ਤਾਂ ਆ ਜਾਓ, ਕੋਈ ਤਾਂ ਲੈ ਜਾਓ ਇਹਨਾਂ ਨੂੰ। ਕਿ ਇਹਨੇ ਨਹੀਂ ਹੱਥ, ਕਹਿੰਦੇ ਤੁਹਾਡੇ ਘਰ ਤੇ ਨਹੀਂ, ਕਹਿੰਦੇ ਅਸੀਂ ਤਾਂ ਲੈ ਜਾਈਏ ਇਹਨੂੰ। ਤੜਪ ਤੜਪ ਕੇ ਉੱਤੇ ਹੀ ਮਰ ਗਏ। ਭਰਾਵਾਂ ਦੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਤਾਂ ਇਨਸਾਨੀਅਤ ਵੀ ਕਿਤੇ ਨਾ ਕਿਤੇ ਸਾਡੀ ਉਸ ਲੈਵਲ ਤੱਕ ਨਹੀਂ ਰਹੀ ਵੀ ਅਸੀਂ ਕਿਸੇ ਜ਼ਖਮੀ ਨੂੰ ਹਸਪੀਟਲ ਲੈ ਜਾਈਏ, ਉਸ ਦੀ ਮਦਦ ਕਰ ਦਈਏ। ਇਸ ਕੇਸ ਦੇ ਵਿੱਚ ਵੀ ਇੱਦਾਂ ਹੀ ਹੋਇਆ। ਕਹਿੰਦੇ ਤੜਪ ਰਹੇ ਸੀਗੇ, ਖੂਨ ਦੇ ਨਾਲ ਲੱਥਪੱਥ ਸੀਗੇ, ਪਰ ਬਹੁਤ ਸਾਰੇ ਲੋਕਾਂ ਨੂੰ ਮਿੰਨਤਾਂ ਕੀਤੀਆਂ, ਤਰਲੇ ਕੀਤੇ ਵੀ ਮੇਰੇ ਹਸਬੈਂਡ ਨੂੰ ਕੋਈ ਹਸਪੀਟਲ ਲੈ ਜਾਓ, ਉਹਦੀ ਸ਼ਾਇਦ ਜਾਨ ਬਚ ਜਾਏ, ਪਰ ਕਿਸੇ ਨੇ ਅੱਗੇ ਆਉਣ ਦੀ ਜ਼ਰੂਰਤ ਨਹੀਂ ਕੀਤੀ। ਬਸ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਵੀ ਤੁਹਾਡੇ ਪਰਿਵਾਰ ਦਾ ਮਸਲਾ ਹੈ। ਪਰਿਵਾਰ ਦਾ ਮਸਲਾ ਤਾਂ ਮੈਨੂੰ ਲੱਗਦਾ ਸ਼ਾਇਦ ਉਦੋਂ ਹੀ ਨਿਬੜ ਗਿਆ ਜਦੋਂ ਇੱਕ ਭਰਾ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰ ਇਨਸਾਨ ਹੋਣ ਦੇ ਨਾਤੇ ਕਿਸੇ ਵੀ ਸ਼ਖਸ ਦੇ ਵੱਲੋਂ ਅੱਗੇ ਆ ਕੇ ਮਦਦ ਵੀ ਨਹੀਂ ਕੀਤੀ ਗਈ, ਔਰ ਦੇਖਦੇ ਦੇਖਦੇ ਹੱਥਾਂ ਦੇ ਵਿੱਚ ਹੀ ਕਹਿੰਦੇ ਜਾਨ ਨਿਕਲ ਗਈ ਮੇਰੇ ਹਸਬੈਂਡ ਦੀ। ਹਸਪੀਟਲ ਲੈ ਕੇ ਗਏ, ਸਰਪੰਚ ਦੇ ਵੱਲੋਂ ਥੋੜ੍ਹੀ ਕਾਰਵਾਈ ਕੀਤੀ, ਹਸਪੀਟਲ ਲਿਜਾਣ ਦੀ ਜਦੋਜਹਿਦ ਕੀਤੀ। ਜਦੋਂ ਤੱਕ ਹਸਪੀਟਲ ਗਏ ਤਾਂ ਸੁਖਦੀਪ ਸਿੰਘ ਦੀ ਕਹਿੰਦੇ ਜਾਨ ਜਾ ਚੁੱਕੀ ਸੀ। ਲੱਗਦਾ ਹੈ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਤੁਸੀਂ ਮਿੰਨਤਾਂ ਤਰਲੇ ਕੀਤੇ, ਇਨਸਾਨੀਅਤ ਵੀ ਨਹੀਂ ਰਹੀ ਲੋਕਾਂ ਦੇ ਕੋਲੋਂ, ਕੋਈ ਮਦਦ ਲਈ ਅੱਗੇ ਨਹੀਂ ਆਇਆ ਇਸ ਪੂਰੀ ਘਟਨਾ ਦੇ ਵਿੱਚ? ਕੋਈ ਨਹੀਂ ਆਇਆ। ਆਉਂਦੇ ਸੀਗੇ, ਬਸ ਚੈੱਕ ਕਰਦੇ ਸੀਗੇ, ਮੈਂ ਪੁੱਛਦੀ ਹੈਗੀ ਆ। ਕਿੰਨਾ ਟਾਈਮ ਇੱਥੇ ਪਏ ਰਹੇ ਹੋ ਜ਼ਖਮੀ? ਜਦੋਂ ਤੱਕ ਉਹਨਾਂ ਦੇ ਸਵਾਸ ਚੱਲਦੇ ਸੀ, ਕੋਈ ਗੱਲ ਕਹੀ ਉਹਨਾਂ ਨੇ ਜਾਂਦਿਆਂ? ਕੋਈ ਖਤਮ ਹੋ ਗਏ ਸੀਗੇ, ਇਹਨਾਂ ਨੇ ਗੌਰ ਨਹੀਂ ਕੀਤੀ ਕਿਸੇ ਨੇ ਵੀ। ਉਹਨਾਂ ਨੇ ਪਾਣੀ ਪਾ ਕੇ ਦੇਖਿਆ, ਕਹਿੰਦੇ ਨੱਕ ਕੁੱਟ ਕੇ ਪਾਣੀ ਪਾ ਕੇ ਦੇਖੋ, ਕੁਝ ਨਹੀਂ ਕੀਤਾ ਉਹਨਾਂ ਨੇ। ਅੱਖਾਂ ਪਹਿਲਾਂ ਚਮਕਦੇ, ਚਮਕਣੀਆਂ ਬੰਦ ਕਰ ਦਿੱਤੀਆਂ। ਗੱਲ ਕੀਤੀ ਜਾਂਦਿਆਂ? ਕੁਝ ਕਿਹਾ ਉਹਨਾਂ ਨੇ ਜਦੋਂ? ਕੋਸ਼ਿਸ਼ ਕਰਦੇ ਸੀਗੇ ਪਰ ਬੋਲਿਆ ਹੀ ਨਹੀਂ ਗਿਆ ਸੀ। ਇਹਨਾਂ ਦੇ ਇੱਥੇ ਚਾਕੂ ਬੜਾ ਡੂੰਘਾ ਮਾਰਤਾ ਸੀਗਾ, ਬੋਲਣ ਦੀ ਕੋਸ਼ਿਸ਼ ਕਰਦੇ ਸੀਗੇ ਪਰ ਨਹੀਂ, ਕੁਛ ਨਹੀਂ ਬੋਲੇ।
ਸੋ ਇਸ ਭੈਣ ਦਾ ਦਰਦ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ, ਜਿਸ ਦੇ ਸਿਰ ਤੋਂ ਪਤੀ ਦਾ ਸਾਇਆ ਉੱਠਿਆ ਹੈ। ਬੜੀ ਦੁੱਖ ਦੀ ਗੱਲ ਹੈ ਕਿ ਭੈਣ 6 ਮਹੀਨੇ ਦੀ ਪ੍ਰੈਗਨੈਂਟ ਹੈ। ਆਉਣ ਵਾਲਾ ਬੱਚਾ ਜਦੋਂ ਇਸ ਦੁਨੀਆ ਤੇ ਆਏਗਾ ਉਹ ਕੀ ਦੇਖੇਗਾ, ਜਿਸ ਦੇ ਪਿਓ ਦੇ ਸਿਰ ਤੋਂ ਅੱਜ ਸਾਇਆ ਉੱਠਿਆ, ਜਿਸ ਨੇ ਆਪਣੇ ਪਿਓ ਨੂੰ ਦੇਖਣਾ ਤੱਕ ਨਹੀਂ ਹੈ। ਪਰ ਉੱਥੇ ਹੀ ਰਿਸ਼ਤਾ ਜਿਹੜਾ ਭਰਾਵਾਂ ਦਾ ਰਿਸ਼ਤਾ ਸੀਗਾ ਉਹ ਖੂਨੀ ਰਿਸ਼ਤਾ ਹੋਇਆ। ਭਰਾ ਦੇ ਵੱਲੋਂ ਐਡਾ ਖੌਫਨਾਕ ਕਦਮ ਚੁੱਕਿਆ ਗਿਆ, ਸਿਰਫ ਇੱਕ ਪਾਣੀ ਦੀ ਟੈਂਕੀ ਬਦਲੇ ਮੋਟਰ ਚਲਾਉਣ ਦੇ ਬਦਲੇ ਵੀ ਸਾਂਝੀ ਮੋਟਰ ਲਗਵਾਈ ਸੀ ਦੋਨਾਂ ਭਰਾਵਾਂ ਦੇ ਵੱਲੋਂ, ਉੱਥੋਂ ਹੀ ਦੋਨਾਂ ਘਰਾਂ ਨੂੰ ਪਾਣੀ ਜਾਂਦਾ ਸੀ। ਤਾਂ ਇਸੇ ਗੱਲ ਨੂੰ ਲੈ ਕੇ ਤਕਰਾਰ ਇੰਨਾ ਵਧਿਆ ਵੀ ਇੱਕ ਭਰਾ ਦੀ ਜਾਨ ਚਲੀ ਗਈ ਹੈ। ਇਸ ਪੂਰੇ ਮਾਮਲੇ ਦੇ ਵਿੱਚ ਦੂਸਰੇ ਪੱਖ ਤੋਂ ਵੀ ਅਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ, ਨਾਲ ਦੀ ਨਾਲ ਪੁਲਿਸ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਈ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਬ੍ਰਦਰ ਦੇ ਮਰਡਰ ਦੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ ਇਲਜ਼ਾਮ ਨਹੀਂ, ਸਾਡੇ ਨਾਲ ਲੜਾਈ ਝਗੜਾ ਬਹੁਤ ਕਰਦਾ ਸੀਗਾ। ਅਸੀਂ ਕੰਪਲੇਂਟ ਦਿੱਤੀ ਸੀਗੀ, ਠੀਕ ਹੈ ਜੀ। ਕੰਪਲੇਂਟ ਦਿੱਤੀ ਸੀਗੀ ਤੇ 21 ਤਰੀਕ ਨੂੰ ਤੇ 23 ਤਰੀਕ ਨੂੰ ਨਾ ਆ ਕੇ 24 ਤਰੀਕ ਦਾ ਸਾਨੂੰ ਟਾਈਮ ਦਿੱਤਾ ਸੀ 4 ਵਜੇ ਦਾ। ਉਹਨੇ ਪਹਿਲੇ ਝਗੜਾ ਕੀਤਾ, ਲੜਾਈ ਝਗੜਾ। ਤਾਂ ਤੁਸੀਂ ਸੁਣਿਆ, ਇਹਨਾਂ ਉੱਤੇ ਹੀ ਭਰਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ। ਆਪਣਾ ਪੱਖ ਰੱਖ ਰਹੇ ਨੇ, ਕਹਿੰਦੇ ਸਾਡੇ ਉੱਤੇ ਹਮਲਾ ਕਰਨ ਆਇਆ ਸੀ ਤੇ ਇਸੇ ਦੌਰਾਨ ਆਪਾਂ ਆਪਣੇ ਬਚਾਅ ਦੇ ਵਿੱਚ ਇਹ ਜੋ ਵੀ ਝਗੜਾ ਹੋਇਆ ਉਸ ਦੀ ਜਾਣ ਗਈ ਹੈ। ਆਪਾਂ ਪੁਲਿਸ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਪੂਰੇ ਕਤਲकांड ਦੇ ਵਿੱਚ ਤੁਸੀਂ ਪਰਿਵਾਰ ਦਾ ਪੱਖ ਵੀ ਸੁਣਿਆ ਹੈ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜਾਣਨ ਦੇ ਲਈ ਅਸੀਂ ਪਹੁੰਚੇ ਹਾਂ ਡੀਐਸਪੀ ਦਫ਼ਤਰ ਦਸੂਹਾ। ਸਾਡੇ ਨਾਲ ਡੀਐਸਪੀ ਅਨਿਲ ਭਨੋਟ ਜੀ ਖੁਦ ਮੌਜੂਦ ਨੇ। ਸਰ, ਇਹ ਪੂਰਾ ਮਾਮਲਾ ਕੀ ਸੀਗਾ ਔਰ ਇਹਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ? ਦੇਖੋ, ਕੱਲ ਇਨਫੋਰਮੇਸ਼ਨ ਆਈ ਸੀ ਕਿ ਆ ਬਾਲਾਂ ਕੁਲੀਆਂ ਪਿੰਡ ਹੈਗਾ, ਥਾਣਾ ਦਸੂਹਾ ਦਾ ਪਿੰਡ ਹੈਗਾ। ਤੇ 11:30 ਵਜੇ ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਕਿ ਹਾਂ ਵੀ ਕਿਸੇ ਆਪਣਾ ਸੁਖਦੀਪ ਸਿੰਘ ਦਾ ਮਰਡਰ ਹੋ ਗਿਆ। ਜੋ ਅਸੀਂ ਮੌਕੇ ਤੇ ਪਹੁੰਚੇ, ਪੁਲਿਸ ਮੌਕੇ ਤੇ ਪਹੁੰਚੀ, ਉਦੋਂ ਪਤਾ ਲੱਗਾ ਕਿ ਹਾਂ ਵੀ ਜਿਹੜੀ ਬੋਡੀ ਹੈ ਇਹ ਇਹਨੂੰ ਲੈ ਕੇ ਗਏ ਸੀ, ਇੰਜਰਡ ਹੋਇਆ ਸੀ ਤੇ ਇਹਨੂੰ ਦਾਖਲ ਕਰਾਇਆ ਹਸਪਤਾਲ, ਲੇਕਿਨ ਉੱਥੇ ਕਹਿੰਦੇ ਜੀ ਬਰੋਡ ਡੈਡ ਹੈਗਾ। ਤੇ ਇਹਦੇ ਰਿਗਾਰਡਿੰਗ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਅਸੀਂ ਮੌਕਾ ਦੇਖਿਆ। ਇਨ ਬਿਟਵੀਨ ਹੀ ਮਤਲਬ ਜਿਹੜੀ ਇਹਦੀ ਵਾਈਫ ਨੇ ਮੁੱਖ ਅਫਸਰ ਥਾਣਾ ਗੁਰਦੇਵ ਸਿੰਘ ਨੂੰ ਆਪਣੀ ਸਟੇਟਮੈਂਟ ਦਿੱਤੀ ਕਿ ਜਿਹੜੇ ਮੇਰੇ ਹਸਬੈਂਡ ਦਾ ਝਗੜਾ, ਇਹਨਾਂ ਦਾ ਘਰ ਦੇ ਵਿੱਚ ਕਲੇਸ਼ ਚੱਲ ਰਿਹਾ ਸੀ, ਕੋਈ ਪਾਣੀ ਦਾ, ਇਹਨਾਂ ਦਾ ਟੂਕੀ ਦਾ। ਉਹਦੇ ਵਿੱਚ ਕੱਲ੍ਹ ਇਹਨਾਂ ਦੇ ਕੋਈ ਤਕਰਾਰ ਹੋਇਆ ਆਪਸ ਵਿੱਚ। ਤਕਰਾਰ ਦੇ ਵਿੱਚ ਇਹ ਦੋਨੇ ਭਰਾ ਤੇ ਇਹਨਾਂ ਦੀ ਸਿਸਟਰ ਹੈਗੀ ਹੈ, ਉਹਨਾਂ ਨੇ ਸਿਸਟਰ ਦੇ ਨਾਲ ਇਹਨਾਂ ਨੂੰ ਉਹਨੇ ਇਹ ਵੀ ਕਿਹਾ ਕਿ ਜੇ ਸਿਸਟਰ ਨੇ ਹੱਲਾਸ਼ੇਰੀ ਦਿੱਤੀ ਹੈ ਤੇ ਹੱਲਾਸ਼ੇਰੀ ਦੇਣ ਤੇ ਇਹਨੇ ਖੋਖਰੀ ਲਈ ਹੈ ਕੁਲਦੀਪ ਸਿੰਘ ਨੇ। ਤੇ ਇਹਦੇ ਭਰਾ ਰਣਜੀਤ ਕੌਰ ਨੇ ਕਿਹਾ ਕਿ ਮੇਰੇ ਹਸਬੈਂਡ ਤੇ ਇਹਨਾਂ ਨੇ ਲਗਾਤਾਰ 4-5 ਵਾਰ ਕੀਤੇ ਆ, ਜਿਨ੍ਹਾਂ ਨਾਲ ਉਹਦੀ ਡੈਥ ਹੋ ਗਈ। ਸਰ, ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀ ਕੀਤੀ ਗਈ ਹੈ ਇਸ ਪੂਰੇ ਮਾਮਲੇ 'ਚ? ਪੁਲਿਸ ਵੱਲੋਂ ਕਾਰਵਾਈ ਦੇਖੋ, ਪੁਲਿਸ ਨੇ ਸਟੇਟਮੈਂਟ ਲਿਖੀ, ਐਸਐਚਓ ਸਾਹਿਬ ਨੇ ਸਟੇਟਮੈਂਟ ਲਿਖ ਕੇ ਉਹਦੇ ਖਿਲਾਫ FIR ਦਰਜ ਕੀਤੀ ਅੰਡਰ ਸੈਕਸ਼ਨ 302 34 IPC 194 ਨੰਬਰ FIR ਥਾਣਾ ਦਸੂਹਾ ਦੀ। ਤੇ ਉਹਦੇ 'ਚ ਇਨਵੈਸਟੀਗੇਸ਼ਨ ਕਰਦੇ ਆ ਪੁਲਿਸ ਨੇ ਕੱਲ੍ਹ ਦੋਨੇ ਹੀ ਜੋੜੇ ਭੈਣ ਭਰਾ ਕੁਲਦੀਪ ਸਿੰਘ ਤੇ ਨਾਲ ਬਲਜੀਤ ਕੌਰ, ਇਹਨਾਂ ਦੋਵਾਂ ਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਤੇ ਸਾਨੂੰ 27 ਅਗਸਤ ਤੱਕ ਇਹਨਾਂ ਦਾ ਪੁਲਿਸ ਰਿਮਾਂਡ ਮਿਲਿਆ। ਸਰ, ਦਸੂਹਾ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਤੀਸਰਾ ਮਰਡਰ ਹੈ। ਕੀ ਲੱਗਦਾ ਹੈ ਸਰ, ਕਿੱਥੇ ਕੋਈ ਲੈਪਸ ਕਿੱਥੇ ਹੋ ਰਿਹਾ ਵੀ ਲਗਾਤਾਰ ਵਾਰਦਾਤਾਂ ਜਿਹੜੀਆਂ ਲਗਾਤਾਰ ਇਸ ਪੂਰੇ ਹਲਕੇ ਦੇ ਵਿੱਚ ਹੋ ਰਹੀਆਂ? ਲੈਪਸ ਦੇਖੋ, ਤੁਸੀਂ ਦੇਖੋ, ਸਭ ਤੋਂ ਪਹਿਲਾਂ ਮਰਡਰ ਹੋਇਆ 8 ਤਰੀਕ ਨੂੰ, 8 ਜੁਲਾਈ ਨੂੰ ਮਰਡਰ ਹੋਇਆ ਸੀ, ਜਦੋਂ ਇੱਥੇ ਦਾਣਾ ਮੰਡੀ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਆਪਣਾ ਜਿਹੜਾ ਵਹੀਕਲ ਦਾ ਸੇਲ ਪਰਚੇਜ਼ ਦਾ ਕੰਮ ਕਰਦਾ ਆ, ਉਹਨਾਂ ਨੂੰ ਗੋਲੀ ਮਾਰੀ ਸੀ ਤੇ ਇੱਕ ਵੈਪਨ ਖੋਹਣ ਦੀ ਨੀਤ ਨਾਲ। ਬਾਅਦ 'ਚ ਜਦੋਂ ਅਸੀਂ ਉਹ ਬੰਦਾ ਅਰੈਸਟ ਕੀਤਾ, ਭਿੰਦਾ ਸੀ ਜੰਡੌਲ ਦਾ, ਤੇ ਉਦੋਂ ਇਹ ਹੋਈ ਸੀ ਕਿ ਹਾਂ ਵੀ ਇਹਨਾਂ ਨੇ ਰੁਕੀ ਕਰਕੇ ਤੇ ਉਹਦੇ ਕੋਲ ਪਿਸਟਲ ਖੋਹਣ ਦੀ ਜਿਹੜਾ ਉਹਦੇ ਕੋਲ ਵੈਪਨ ਸੀਗਾ, ਉਹਦਾ ਲਾਇਸੈਂਸੀ ਵੈਪਨ ਸੀ, ਉਹਨੂੰ ਖੋਹਣ ਵਾਸਤੇ ਇਹ ਮਰਡਰ ਕੀਤਾ ਸੀਗਾ। ਉਹ ਅਸੀਂ ਦੇਖੋ ਬੜਾ ਕੰਪਲੀਕੇਟਡ ਮਰਡਰ ਸੀਗਾ, ਕਿਉਂਕਿ ਸਾਡੇ ਦੇ ਕੋਲ ਉਹਦੇ ਵਿੱਚ ਕੋਈ ਵੀ ਕਲੂ ਨਹੀਂ ਸੀਗਾ। ਸਿਰਫ ਕਲੂ ਸੀਗਾ CCTV ਫੁਟੇਜ ਜਦੋਂ ਆਈ ਹੈ, ਉਹ ਵੀ ਜਦੋਂ ਦੇਖੀ ਅਸੀਂ ਤਾਂ ਉਹ ਵੀ ਸਾਰੇ ਮੂੰਹ ਲੁਕੋਏ ਹੋਏ ਨੇ, ਕਿਉਂਕਿ ਅੱਜ ਕੱਲ੍ਹ ਕਰੋਨਾ ਦੇ ਜਰਨੇ ਕੋਈ ਬੰਦਾ ਮਾਸਕ ਲਾ ਰਿਹਾ ਤੇ ਕੋਈ ਪਰਨਾ ਜੋ ਵੀ ਉਹਨੂੰ ਮਿਲ ਰਿਹਾ ਆਪਣੇ ਨੱਕ ਮੂੰਹ ਬਚਾਉਣ ਵਾਸਤੇ ਤੇ ਉਹ ਲਾ ਰਿਹਾ। ਲੇਕਿਨ ਅਸੀਂ ਉਹਦੇ ਵਿੱਚ ਸੋਰਸਿਸ ਨਾਲ, ਟੈਕਨੀਕਲ ਦੀ ਮਦਦ ਦੇ ਨਾਲ ਅਸੀਂ ਕੇਸ ਨੂੰ ਟਰੈਕ ਕਰਨ ਦੇ ਆਪਣਾ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ। ਪਿੰਦੇ ਨੂੰ ਫੜ ਲਿਆ ਅਸੀਂ, ਪਿੰਦਾ ਗ੍ਰਿਫਤਾਰ ਹੋ ਗਿਆ। ਉਹਦੀ ਪੁੱਛਗਿੱਛ ਤੇ 2 ਬੰਦੇ ਨੋਮੀਨੇਟ ਹੋਏ ਨੇ, ਉਹ ਪਿੱਛੋਂ ਨਵਾਂ ਸ਼ਹਿਰ ਦੇ ਵਸਨੀਕਸ ਨੇ ਤੇ ਅਸੀਂ ਉਹਨਾਂ ਦੀ ਵੀ ਭਾਲ ਕਰ ਰਹੇ ਹਾਂ, ਛੇਤੀ ਉਹ ਵੀ ਕਬਜ਼ੇ 'ਚ ਆਉਣਗੇ। ਉਸ ਤੋਂ ਬਾਅਦ ਜਿਹੜਾ ਕਤਲ ਹੋਇਆ 20 ਤਰੀਕ ਨੂੰ ਵੀ ਜਦੋਂ ਕਤਲ ਹੋਇਆ ਕਿ ਇੱਕ ਆਪਸੀ ਰੰਜਿਸ਼ ਦਾ ਨਤੀਜਾ ਸੀ, ਜਿਸ ਤੋਂ ਤੁਹਾਨੂੰ ਦੱਸਿਆ ਕਿ 2009 ਤੋਂ ਇਹਨਾਂ ਦੀ ਆਪਸ ਵਿੱਚ ਚੱਲ ਰਹੀ ਸੀਗੀ ਤੇ 2009 ਦੇ ਵਿੱਚ ਜੇ ਚੱਲਦੇ ਤੇ ਇੱਕ ਦੂਜੇ ਨੂੰ ਇਹੀ ਡਰ ਸੀਗਾ ਕਿ ਹਾਂ ਵੀ ਜੇ ਮੈਂ ਇਹਨੂੰ ਮਾਰਿਆ ਤਾਂ ਇਹਨੇ ਮੈਨੂੰ ਮਾਰ ਦੇਣਾ, ਤੇ ਇਹਨਾਂ ਨੇ ਵਿਉਂਤ ਬਣਾ ਕੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਅੰਗਰੇਜ਼ ਗੇਜੂ ਤੇ ਉਹਦੀ ਮੌਕੇ ਡੈਥ ਹੋ ਗਈ। ਉਹਦੇ ਵਿੱਚ ਵੀ ਅਸੀਂ ਦੋਨੇ ਸਕੇ ਭਰਾ ਜਿਹੜੇ ਹੈਗੇ ਆ
ਬਿੰਦਰ ਤੇ ਜੱਸੀ ਇਹ ਅਸੀਂ ਅਰੈਸਟ ਕਰ ਲਏ ਆ ਤੇ ਬਾਕੀ ਦੋ ਹੋਰ ਮੇਰੇ ਖਿਆਲ ਨੋਮੀਨੇਟ ਹੋਏ ਨੇ ਤੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਕੀ ਤੀਜਾ ਸ਼ਹਿਰ ਦੇ ਪੂਰੇ ਸੀਸੀਟੀਵੀ ਕੈਮਰਾਸ ਦੀ ਗੱਲ ਕੀਤੀ, ਕੰਮ ਕਰ ਰਹੇ ਨੇ, ਸਾਰੇ ਚੱਲ ਰਹੇ ਨੇ? ਦੇਖੋ ਕੰਮ ਜਿੱਥੇ ਕਰ ਰਹੇ ਨੇ ਇਹ ਸਾਨੂੰ ਇਹਨਾਂ ਨੂੰ ਅਸੀਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਤੇ ਸਾਰੇ ਆਪਣਾ ਜਿੰਨੇ ਸਾਡੀ ਫੜਨ ਲੱਗੇ ਨੇ ਕੈਮਰੇ ਉਹਨਾਂ ਵਿੱਚ ਕੁਝ ਚੱਲ ਰਹੇ ਨੇ, ਬਾਕੀ ਨੂੰ ਅਸੀਂ ਕਹਿ ਦਿੱਤਾ, ਉਹ ਕਹਿੰਦੇ ਕਿ ਛੇਤੀ ਰਿਪੇਅਰ ਕਰਾਵਾਂਗੇ। ਇਸੇ ਤਰ੍ਹਾਂ ਹੀ ਮੈਂ ਤੁਹਾਡੇ ਜਰੀਏ ਤੁਸੀਂ ਮੈਨੂੰ ਚੰਗਾ ਸਵਾਲ ਪੁੱਛਿਆ ਤੇ ਮੈਂ ਬਾਜ਼ਾਰ ਵਾਲਿਆਂ ਨੂੰ ਵੀ ਇਹ ਦੁਬਾਰਾ ਰਿਕੁਐਸਟ ਕਰੂੰਗਾ ਤੁਹਾਡੇ ਜਰੀਏ ਕਿ ਹਾਂ ਵੀ ਜਿੰਨੇ ਕੈਮਰੇ ਲਗਾਏ ਜਾਣ ਇਹ ਆਪਣੀ ਸੇਫਟੀ ਵਾਸਤੇ ਹੀ ਹੈ। ਇਸ ਦੇ ਨਾਲ ਹੀ ਜਿੰਨੇ ਵੀ ਧਾਰਮਿਕ ਸੰਸਥਾਨ ਨੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਆ ਆਪ ਦੇ ਜਰੀਏ ਕਿ ਜਿੰਨੇ ਵੱਧ ਤੋਂ ਵੱਧ ਕੈਮਰੇ ਆਪਣੇ ਸੰਸਥਾਨਾਂ ਦੇ ਵਿੱਚ ਧਾਰਮਿਕ ਸੰਸਥਾਨਾਂ ਵਿੱਚ ਲਵਾਏ ਜਾਣ। ਪਹਿਲਾਂ ਤਾਂ ਮੈਂ ਇਹ ਦੁਆ ਕਰਦਾ ਕਿ ਪਰਮਾਤਮਾ ਕੋਈ ਇਦਾਂ ਦੀ ਮਾੜੀ ਘਟਨਾ ਨਾ ਵਾਪਰੇ, ਲੇਕਿਨ ਜੇ ਘਟਨਾ ਵਾਪਰ ਜਾਂਦੀ ਹੈ ਤੇ ਉਹਨੂੰ ਲੱਭਣ ਵਾਸਤੇ ਇਹ ਕੈਮਰਾ ਬਹੁਤ ਵੱਡਾ ਸਹਾਈ ਸਿੱਧ ਹੁੰਦਾ ਹੈ। ਗੱਲਬਾਤ ਕਰਨ ਲਈ ਧੰਨਵਾਦ। ਸੋ ਇਹ ਸਨ ਡੀਐਸਪੀ ਅਨਿਲ ਭਨੋਟ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਕਤਲकांड ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੇ ਮੁਤਾਬਕ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਭੈਣ ਭਰਾ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਤਾਂ ਜੋ ਇਸ ਪੂਰੇ ਮਾਮਲੇ ਨੂੰ ਹੋਰ ਤਫਤੀਸ਼ ਡੂੰਘਾਈ ਦੇ ਨਾਲ ਇਸ ਦੀ ਜਾਂਚ ਕੀਤੀ ਜਾਵੇ। ਉਸ ਤੋਂ ਇਲਾਵਾ ਦਸੂਹਾ ਸ਼ਹਿਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਵਧੀਆਂ ਨੇ ਜਾਂ ਪਿਛਲੇ 2 ਮਰਡਰ ਹੋਏ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਹੱਥ ਕਾਮਯਾਬੀ ਲੱਗੀ ਹੈ, ਮਰਡਰ ਟਰੇਸ ਕਰ ਲਏ ਗਏ ਨੇ, ਕੁਝ ਲੋਕ ਗ੍ਰਿਫਤਾਰੀ ਤੋਂ ਰਹਿੰਦੇ ਨੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਔਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੇ ਵੱਡੀ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਵੀ ਜਿੱਥੇ ਵੀ ਹੋ ਸਕੇ ਉਹ ਜਿਹੜੇ ਸੀਸੀਟੀਵੀ ਕੈਮਰਾਜ਼ ਉਹਨਾਂ ਦੀਆਂ ਦੁਕਾਨਾਂ ਜਾਂ ਘਰਾਂ ਦੇ ਬਾਹਰ ਲੱਗੇ ਨੇ ਉਹਨਾਂ ਨੂੰ ਪ੍ਰੋਪਰ ਚਲਾਇਆ ਜਾਵੇ। ਉਹ ਵੀ ਕਹਿੰਦੇ ਕੋਸ਼ਿਸ਼ ਕਰਾਂਗੇ ਵੀ ਦਸੂਹਾ ਪੁਲਿਸ ਪ੍ਰਸ਼ਾਸਨ ਵੀ ਜਿੱਥੇ ਜਿੱਥੇ ਕੈਮਰਾਜ਼ ਬੰਦ ਪਏ ਨੇ ਉਹਨਾਂ ਕੈਮਰਿਆਂ ਨੂੰ ਚਲਾਈਏ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਔਰ ਜੇ ਕਿਤੇ ਵਾਪਰਦੀ ਵੀ ਹੈ ਤਾਂ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਸਹਾਰੇ ਇਹਨਾਂ ਅਪਰਾਧੀਆਂ ਦੇ ਉੱਤੇ ਨਕੇਲ ਪਾਈ ਜਾ ਸਕੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਦਸੂਹਾ।